सालाना जोड़ मेला धन धन बाबा बुढ़ा साहिब जी पुत्रां दे दानी जिन्हां नूं लोक संगतां दूरों दूरों नतमस्तक होण दे लई आंदियां ने ते अपने झोली पुत्र दी दात पवा के जांदियां ने। बाबा बुढ़ा साहिब ऐसे ग्रंथी होए ने, ऐसे हैड ग्रंथी होए ने, ऐसे जो रबरू होए ने जिन्हां ने पहली पातशाही तो लैके 6वीं पातशाही तक सेवावां निभाईयां ने। ते इस जिस स्थान ते खड़े हैं गुरुद्वारा बाबा बुढ़ा साहिब जी रमदास समाधा साहिब, इस स्थान ते बाबा जी दा अंतिम संस्कार 6वें पातशाह श्री हरगोबिंद साहिब जी ने अपने हत्थां नाल कीता सीगा। और इस इतिहास जी गल करिए तां इस गुरुद्वारे दे विच दूरों दूरों संगतां नतमस्तक होण दे लई पहुंचदियां ने। ते सब तो वड्डी गल कि इस रमदास पिंड दे विच काफ़ी लागे लागे होर भी गुरुद्वारे ने, उन्हां दी भी काफ़ी महानता है ते ਲੱਖਾਂ ਕਰੋੜਾਂ ਦਾ ਜੋ ਇਕੱਠ ਨਤਮਸਤਕ ਹੋਣ ਦੇ ਲਈ ਪਹੁੰਚਦਾ ਹੈ। ਬਾਕੀ SGPC ਦੇ ਇਸ ਗੁਰਦੁਆਰੇ ਸਾਹਿਬਾਨ ਦੇ ਵਿੱਚ ਖਾਸ ਪ੍ਰਬੰਧ ਨੇ। ਲਗਾਤਾਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਦਰਬਾਰ, ਕਥਾ ਤੇ ਬਾਕੀ ਜੋ ਵੀ ਪਾਠ ਹੋ ਰਹੇ ਨੇ। ਸੋ ਬਿਲਕੁਲ ਸਾਰੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਸਾਰੇ ਗੁਰਦੁਆਰਾ ਸਾਹਿਬ ਦੀ ਦੇਖ ਰੇਖ ਦੇ ਵਿੱਚ ਨੇ। ਅੱਜ ਟਾਈਮ ਅਸੀਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਵਿੱਚ ਖੜੇ ਹਾਂ ਤੇ ਮੈਨੇਜਰ ਸਾਹਿਬ ਨਾਲ ਗੱਲ ਕਰ ਲੈਂਦੇ ਹਾਂ। ਮੈਨੇਜਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਗੁਰਦੁਆਰਾ ਸਾਹਿਬ ਬਾਬਾ ਬੁੱਢਾ ਸਾਹਿਬ ਸਮਾਧਾ ਸਾਹਿਬ ਖੜੇ ਹਾਂ। ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਜੋ ਸੰਗਤਾਂ ਨਹੀਂ ਜਾਣਦੀਆਂ, ਜਿਨ੍ਹਾਂ ਨੂੰ ਬਾਬਾ ਬੁੱਢਾ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੱਗ ਕੇ 6ਵੇਂ ਪਾਤਸ਼ਾਹ ਤੱਕ ਜਿਹੜੇ ਉਹ ਦਰਸ਼ਨ ਕੀਤੇ ਉਹਨਾਂ ਦੇ। ਬਾਬਾ ਬੁੱਢਾ ਜੀ ਨੇ ਜਦੋਂ ਵੀ ਗੁਰਤਾ ਗੱਦੀ ਹੁੰਦੀ ਸੀ ਗੁਰੂ ਮਹਾਰਾਜ ਦੀ ਤਾਂ ਇਹੀ ਜਿਹੜੇ ਬਾਬਾ ਬੁੱਢਾ ਜੀ ਉਹੀ ਉਹਨਾਂ ਨੂੰ ਤਿਲਕ ਲਾ ਕੇ ਜੋ ਵੀ ਮਰਿਆਦਾ ਸੀ ਉਹ ਨਿਭਾਉਂਦੇ ਸੀਗੇ ਤੇ ਗੁਰਤਾ ਗੱਦੀ ਜੋ ਨਿਯਮਾਂ ਅਨੁਸਾਰ ਹੁੰਦੀ ਸੀ ਉਹ ਮਰਿਆਦਾ ਨਿਭਾਉਂਦੇ ਸੀ। ਬਾਬਾ ਬੁੱਢਾ ਜੀ ਜਿਹੜਾ ਬਹੁਤ ਵੱਡਾ ਬਾਬਾ ਬੁੱਢਾ ਜੀ ਤਪ, ਇੱਥੇ ਤਪਸਥਾਨ ਵੀ ਆ ਬਾਬਾ ਬੁੱਢਾ ਜੀ ਦਾ ਤੇ ਇੱਥੇ ਹੀ ਬਾਬਾ ਬੁੱਢਾ ਜੀ ਦਾ ਸੰਸਕਾਰ ਕੀਤਾ ਗਿਆ। ਜਿੱਥੇ ਆਪਾਂ ਖੜੇ ਆ ਇਹ ਬਾਬਾ ਬੁੱਢਾ ਜੀ ਦਾ ਜਿਹੜਾ ਉਹ ਸਮਾਧਾ, ਜਿੱਥੇ ਬਾਬਾ ਜੀ ਦਾ ਸੰਸਕਾਰ ਕੀਤਾ, ਇਹ ਉਹ ਸਥਾਨ ਆ। ਇੱਥੇ ਲਾਗੇ ਹੀ ਬਾਬਾ ਬੁੱਢਾ ਜੀ ਦਾ ਤਪਸਥਾਨ ਆ ਜਿੱਥੇ ਬਾਬਾ ਬੁੱਢਾ ਜੀ ਨੇ ਆਖਰੀ ਸਮੇਂ ਤਪ ਕੀਤਾ। ਬਾਬਾ ਬੁੱਢਾ ਜੀ ਜਿਹੜੇ ਉਹ ਬੜੇ ਵੱਡੇ ਪਰਉਪਕਾਰੀ ਸਨ ਜਿਨ੍ਹਾਂ ਨੇ ਗੁਰੂ ਪਰਿਵਾਰ ਨੂੰ ਵੀ ਵਰ ਦਿੱਤੇ। ਜਿਸ ਤਰ੍ਹਾਂ ਬਾਬਾ ਬੁੱਢਾ ਜੀ ਦੇ ਗੁਰੂ ਅਰਜਨ ਦੇਵ ਜੀ ਦੇ ਮਹਿਲ ਜਦੋਂ ਬੀੜ ਸਾਹਿਬ ਗਏ ਤਾਂ ਉਹਨਾਂ ਨੇ ਬਾਬਾ ਬੁੱਢਾ ਜੀ ਦੇ ਵਰ ਨਾਲ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ। ਉਹਨਾਂ ਨੇ ਵਰ ਦਿੱਤਾ ਸੀ ਕਿ ਜਿੱਦਾਂ ਅਸੀਂ ਗੰਢੇ ਨੂੰ ਭੰਨਿਆ ਇਸੇ ਤਰ੍ਹਾਂ ਹੀ ਜਿਹੜੇ ਜੋ ਹਰਗੋਬਿੰਦ ਸਾਹਿਬ ਦਾ ਜਨਮ ਜਦੋਂ ਹੋਇਆ ਉਹ ਇਦਾਂ ਹੀ ਦੁਸ਼ਮਣਾਂ ਦੇ ਸਿਰ ਭੰਨੇਗਾ। ਅੱਜ ਇੱਥੇ ਬਾਬਾ ਬੁੱਢਾ ਜੀ ਦੇ ਜਿਹੜੇ ਅਸਥਾਨ ਤੇ ਬਾਬਾ ਜੀ ਦੇ ਜਦੋਂ ਸੀਰੀ ਛੱਡਿਆ ਉਹਦਾ ਸੰਸਕਾਰ ਹੋਇਆ। ਇੱਥੇ ਚੌਥ ਦਾ ਮੇਲਾ ਲੱਗਦਾ ਹਰ ਸਾਲ। ਇੱਥੇ ਹਰ ਜੋ ਲਾਗੇ ਦੀ ਸੰਗਤ, ਚਾਹੇ ਉਹ ਮਾਝਾ ਹੈ ਚਾਹੇ ਉਹ ਮਾਲਵਾ ਦੁਆਬਾ, ਦੂਰੋਂ ਦੂਰੋਂ ਸੰਗਤਾਂ ਇੱਥੇ ਬਾਬਾ ਬੁੱਢਾ ਜੀ ਦੇ ਦਰਸ਼ਨ ਕਰਨ ਆਉਂਦੀਆਂ ਨੇ ਅਤੇ ਇੱਥੋਂ ਜੋ ਵਰ ਮੰਗਦੀਆਂ ਸੰਗਤਾਂ ਉਹ ਬਾਬਾ ਬੁੱਢਾ ਜੀ ਪੂਰੇ ਕਰਦੇ ਨੇ। ਮੈਂ ਇੱਥੇ ਆਈਆਂ ਸੰਗਤਾਂ ਦਾ ਮਾਨਯੋਗ ਪ੍ਰਧਾਨ ਸਾਹਿਬ ਜਦ ਹਰਜਿੰਦਰ ਸਿੰਘ ਧੰਮ ਜੀ ਵੱਲੋਂ ਸਵਾਗਤ ਕਰਦਾ ਅਤੇ ਜੀ ਆਇਆਂ ਕਹਿਣਾ ਤੇ ਗੁਰੂ ਮਹਾਰਾਜ ਕੋਲ ਅਰਦਾਸ ਕਰਦਾ ਕਿ ਜਿਹੜੀ ਵੀ ਸੰਗਤ ਇੱਥੇ ਆਈ ਆ ਉਹਨਾਂ ਦੀ ਮਨੋਕਾਮਨਾ ਪੂਰੀਆਂ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਨੇਜਰ ਸਾਹਿਬ ਨਾਲ ਗੱਲ ਕੀਤੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬ ਦੀ ਮਹਾਨਤਾ ਹੈ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਬਾਬਾ ਬੁੱਢਾ ਜੀ ਦਾ ਜੋ ਇੱਥੇ ਅੰਤਿਮ ਸੰਸਕਾਰ ਹੋਇਆ। ਤੇ ਜੇ ਬਾਬਾ ਬੁੱਢਾ ਜੀ ਦੀ ਗੱਲ ਕਰੀਏ ਸਿੱਖ ਇਤਿਹਾਸ ਦੇ ਵਿੱਚ ਤਾਂ ਬਹੁਤ ਜ਼ਿਆਦਾ ਯੋਗਦਾਨ ਬਾਬਾ ਬੁੱਢਾ ਜੀ ਨੇ ਪਾਇਆ, ਕਿਉਂਕਿ ਪਹਿਲੀ ਪਾਤਸ਼ਾਹੀ ਤੋਂ ਲੈ ਕੇ 6ਵੀਂ ਪਾਤਸ਼ਾਹੀ ਤੱਕ ਜੋ ਗੱਦੀ ਦਿਵਸ ਜਾਂ ਕਹਿ ਦਈਏ ਕਿ ਗੁਰਤਾ ਗੱਦੀ ਨੂੰ ਤਿਲਕ ਲਾਉਂਦੇ ਨੇ ਉਸ ਦੇ ਵਿੱਚ ਬਾਬਾ ਬੁੱਢਾ ਜੀ ਦਾ ਬੜਾ ਯੋਗਦਾਨ ਹੈ। ਤੇ ਪਹਿਲੀ ਜੇ ਗੱਲ ਕਰੀਏ ਤਾਂ ਪਹਿਲੇ ਪ੍ਰਕਾਸ਼ ਮੌਕੇ ਬਾਬਾ ਬੁੱਢਾ ਜੀ ਦੇ ਹਰਮੰਦਰ ਸਾਹਿਬ ਦੇ ਵਿੱਚ ਹੈੱਡ ਗ੍ਰੰਥੀ ਵਜੋਂ ਅਹੁਦਾ ਸੰਭਾਲਿਆ ਤੇ ਅੱਜ ਵੀ ਜਦੋਂ ਵੀ ਹੈੱਡ ਗ੍ਰੰਥੀ ਜੋ ਹਰਮੰਦਰ ਸਾਹਿਬ ਨਾਲ ਡਿਊਟੀਆਂ ਨਿਭਾਉਂਦੇ ਨੇ, ਸੇਵਾਵਾਂ ਨਿਭਾਉਂਦੇ ਨੇ, ਉਹਨਾਂ ਨੂੰ ਬਾਬਾ ਬੁੱਢਾ ਜੀ ਦੇ ਹੀ ਰੂਪ ਦੇ ਵਿੱਚ ਦੇਖਿਆ ਜਾਂਦਾ ਹੈ। ਤੇ ਹੁਣ ਸਾਡੇ ਨਾਲ ਭਾਈ ਸਾਹਿਬ ਭਾਈ ਰਣਜੀਤ ਸਿੰਘ ਭੋਮਾ ਜੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਇਹ ਸਭ ਕਾਫੀ ਸੰਗਤਾਂ ਨਤਮਸਤਕ ਹੁੰਦੀਆਂ ਨੇ। ਬਾਬਾ ਜੀ ਪੁੱਤਰਾਂ ਦੇ ਦਾਨੀ ਦੇ ਨਾਮ ਤੋਂ ਜਾਣੇ ਜਾਂਦੇ ਨੇ। ਏਡੀਆਂ ਸੇਵਾਵਾਂ ਨਿਭਾਈਆਂ
ਇੱਥੇ ਹੋਰ ਕਿੰਨਾ ਕੁ ਇਕੱਠ ਹੁੰਦਾ ਤੇ ਕਿੰਨੀ ਕੁ ਮਹਾਨਤਾ ਹੈ ਤੇ ਇਹ ਮੇਲਾ ਜਿਹੜਾ ਲੱਗਦਾ ਚੌਥੇ ਸ਼ਰਾਧਾਂ 'ਚ ਕਿਉਂ ਕਿਹਾ ਜਾਂਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਬੁੱਢਾ ਸਾਹਿਬ ਮਹਾਰਾਜ ਦਾ ਸਾਲਾਨਾ ਜੋੜ ਮੇਲਾ ਗੁਰਦੁਆਰਾ ਸਾਹਿਬ ਰਮਦਾਸ ਵਿਖੇ 3 ਦਿਨ ਤੋਂ ਜਿਹੜਾ ਲਗਾਤਾਰ ਜਿਹੜੀ ਆ ਬੜੀ ਸ਼ਰਧਾ ਭਾਵਨਾ ਦੇ ਨਾਲ ਸਮੂਹ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ। ਧੰਨ ਧੰਨ ਬਾਬਾ ਬੁੱਢਾ ਸਾਹਿਬ ਮਹਾਰਾਜ ਨੇ ਆਖਰੀ ਸਵਾਸ ਜਿਹੜੀ ਆ ਤਪ ਜਿਹੜੀ ਆ ਇਸ ਸਥਾਨ ਨੂੰ ਜਿਹੜੀ ਆ ਵਰ ਦਿੱਤਾ ਹੈ ਤੇ ਬੰਦਗੀ ਕੀਤੀ ਹੈ ਤੇ ਇਸ ਸਥਾਨ ਤੇ ਜਿੱਥੇ ਹਾਜ਼ਰੀ ਭਰ ਰਹੇ ਹਾਂ ਇੱਥੇ ਆਖਰੀ ਸਵਾਸਾਂ ਦੇ ਵਿੱਚ ਜਿਹੜੀ ਆ ਆਖਰੀ ਦਮ ਜਿਹੜਾ ਸਾਹ ਲਿਆ ਇਸ ਸਥਾਨ ਤੇ ਜਿਹੜੀ ਆ ਲੱਖਾਂ ਸੰਗਤਾਂ ਜਿਹੜੀਆਂ ਨਤਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਤੇ ਧਾਰਮਿਕ ਦੀਵਾਨ 3 ਦਿਨ ਜਿਹੜੇ ਆ ਚੱਲ ਰਹੇ ਹਨ। ਰਾਗੀ ਢਾਡੀ ਕੁਈਸਰ ਜਥੇ ਗੁਰੂ ਇਤਿਹਾਸ ਦੇ ਨਾਲ ਜਾਣੂ ਕਰਵਾ ਰਹੇ ਹਨ ਤੇ ਸੰਗਤਾਂ ਜੋ ਵੀ ਅਰਦਾਸਾਂ ਬੇਨਤੀਆਂ ਕਰਦੇ ਹਨ ਉਹਨਾਂ ਦੀਆਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਮਹਾਰਾਜ ਜੀ ਝੋਲੀਆਂ ਭਰਦੇ ਹਨ। ਇੱਥੇ ਬਾਬਾ ਜੀ ਕਿੰਨਾ ਸਮਾਂ ਰਹੇ? ਹੈਡ ਗ੍ਰੰਥੀ ਉਹ ਸਾਰੀ ਜਾਣਕਾਰੀ ਜਿਹੜੀ ਹੈਡ ਗ੍ਰੰਥੀ ਸਾਹਿਬ ਜਿਹੜੀ ਆ ਉਹ ਤੁਹਾਨੂੰ ਜਿਹੜੀ ਮਿਲਾਉਂਦੇ ਆ ਉਹ ਸਾਰੀ ਜਿਹੜੀ ਆ ਸੰਖੇਪ ਚ ਦੱਸਣਗੇ। ਬਿਲਕੁਲ, ਸੋ ਦਰਸ਼ਨ ਕਰ ਰਹੇ ਹੋ ਇਸ ਵੇਲੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਰਮਦਾਸ, ਜਿੱਥੇ ਕਿ ਗੁਰੂ ਸਾਹਿਬ ਦਾ ਅਦਬ ਸਤਕਾਰ ਕੀਤਾ ਜਾਂਦਾ ਹੈ ਔਰ ਇਸ ਸਥਾਨ ਤੇ ਲਗਾਤਾਰ 3 ਦਿਨ ਤੋਂ ਦੀਵਾਨ ਸਜੇ ਹੋਏ ਨੇ। ਸੰਗਤਾਂ ਦੂਰੋਂ ਦੂਰ ਆ ਕੇ ਨਤਮਸਤਕ ਹੋ ਰਹੀਆਂ ਨੇ ਔਰ ਦਰਸ਼ਨ ਕਰ ਰਹੇ ਹੋ। ਵਡਭਾਗੇ ਹੋ ਕਿ ਇਸ ਮੌਕੇ ਧੰਨ ਧੰਨ ਬਾਬਾ ਬੁੱਢਾ ਜੀ ਪਾਸੋਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸੋ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਸਜਾਵਟ ਕੀਤੀ ਗਈ ਹੈ। ਸਜਾਵਟ ਗੁਰੂ ਘਰ ਦੇ ਵਿੱਚ ਇੱਕ ਵੱਖਰਾ ਜੇ ਕਹਿ ਦਈਏ ਚਾਰ ਚੰਨ ਲਾਉਂਦੀ ਹੈ। ਅਕਸਰ ਜੇ ਗੱਲ ਕਰੀਏ ਤਾਂ ਹਰਮੰਦਰ ਸਾਹਿਬ ਦੀ ਜਾਂ ਹੋਰ ਗੁਰਦੁਆਰੇ ਦੇ ਗੁਰਧਾਮਾਂ ਦੇ ਜਿੱਥੇ ਵੀ ਕੋਈ ਜੋੜ ਮੇਲਾ ਹੁੰਦਾ ਜਾਂ ਕੋਈ ਗੁਰਪੁਰਬ ਹੁੰਦਾ ਜਾਂ ਪ੍ਰਕਾਸ਼ ਪੁਰਬ ਹੁੰਦਾ ਉਸ ਮੌਕੇ ਇਸ ਤਰੀਕੇ ਦੀ ਸਜਾਵਟ ਦੇ ਨਾਲ ਹੋਰ ਸੰਗਤਾਂ ਦਾ ਜੋ ਮਨ ਹੈ ਹੋਰ ਖੁਸ਼ ਹੋ ਉੱਠਦਾ, ਆਨੰਦਮਈ ਹੋ ਜਾਂਦਾ ਹੈ। ਸੋ ਇਸ ਵੇਲੇ ਵੀ ਦੇਖ ਸਕਦੇ ਹੋ ਸੰਗਤਾਂ ਕਿਸ ਤਰੀਕੇ ਨਾਲ ਹਾਜ਼ਰੀਆਂ ਭਰ ਰਹੀਆਂ ਨੇ ਔਰ ਲਗਾਤਾਰ ਜੋ ਦੀਵਾਨ ਲੱਗੇ ਹੋਏ ਨੇ ਸੰਗਤਾਂ ਇਸ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ। ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਬਾਹਰ ਚੱਲ ਕੇ ਸੰਗਤਾਂ ਨਾਲ ਵੀ ਗੱਲ ਕੀਤੀ ਜਾਵੇ ਕਿਉਂਕਿ ਜੇ ਬਾਬਾ ਬੁੱਢਾ ਸਾਹਿਬ ਜੀ ਹੋਰਾਂ ਨਾਲ ਹਰ ਗੁਰੂ ਸਾਹਿਬ ਦਾ ਪਹਿਲੀ ਪਾਤਸ਼ਾਹੀ ਤੋਂ ਲੈ ਕੇ 6ਵੇਂ ਪਾਤਸ਼ਾਹੀ ਤੱਕ ਇੱਕ ਪੂਰਾ ਯੋਗਦਾਨ ਰਿਹਾ। ਸੋ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਸ ਵੇਲੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜਿੱਥੇ ਕਿ ਰਮਦਾਸ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਔਰ ਇਸੇ ਗੁਰਦੁਆਰੇ ਦੇ ਨਾਲ ਲੱਗਦੇ 5 ਤੋਂ 6 ਗੁਰਦੁਆਰੇ ਸਾਹਿਬ ਹੋਰ ਨੇ। ਤਪ ਸਥਾਨ ਤਲਾਬ ਵੀ ਇੱਥੇ ਨਾਮ ਨਾਲ ਕਿਹਾ ਜਾਂਦਾ ਜਿੱਥੇ ਕਿ ਬਾਬਾ ਜੀ ਦੇ ਅੰਸ਼ ਵੰਸ਼ ਦੇ ਵਿੱਚ ਬੈਠੇ ਹੋਏ ਹੁਣ ਵੀ ਉੱਥੇ ਗੱਦੀ ਸੰਭਾਲੀ ਹੋਈ ਜਿਨ੍ਹਾਂ ਨੇ। ਔਰ ਇਸ ਵੇਲੇ ਆਪਾਂ ਗੁਰਦੁਆਰਾ ਸਮਾਧਾ ਸਾਹਿਬ ਦੇ ਵਿੱਚ ਖੜੇ ਹਾਂ ਜਿੱਥੇ ਕਿ ਹਾਜ਼ਰੀਆਂ ਸੰਗਤਾਂ ਦੇ ਵੱਲੋਂ ਲਗਾਤਾਰ ਭਰੀਆਂ ਜਾ ਰਹੀਆਂ ਨੇ। ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਦਾ ਜੋ ਠਾਠਾ ਮਾਰਦਾ ਇਕੱਠ ਪਹੁੰਚਿਆ ਔਰ ਇਸ ਵੇਲੇ ਲਗਾਤਾਰ ਤੀਸਰਾ ਦਿਨ ਹੈ ਜਦੋਂ ਕਿ ਜਿਵੇਂ ਇਤਿਹਾਸ ਦੀ ਗੱਲ ਕਰੀਏ ਤਾਂ ਇਤਿਹਾਸ ਦੇ ਵਿੱਚ ਇਹੀ ਕਿਹਾ ਜਾਂਦਾ ਹੈ ਚੌਥੇ ਸ਼ਰਾਧਾ ਤੇ ਇਹ ਜੋ ਮੇਲਾ ਲਗਾਤਾਰ ਭਰਦਾ ਹੈ ਤੇ ਸਾਲਾਨਾ ਜੋੜ ਮੇਲਾ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰਮਦਾਸ ਜਿੱਥੇ ਕਿ ਸਥਿਤ ਹੈ ਔਰ ਦਰਸ਼ਨ ਕਰ ਰਹੇ ਹੋ। ਵਡਭਾਗੇ ਹੋ ਕਿ ਇਸ ਵੇਲੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸੋ ਸੰਗਤਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਸੰਗਤਾਂ ਦੂਰੋਂ ਦੂਰ ਆ ਕੇ ਨਤਮਸਤਕ ਹੁੰਦੀਆਂ ਨੇ ਔਰ ਇੱਥੋਂ ਆ ਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ। ਅੱਛਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਦੇ ਮੇਲੇ ਤੇ ਪਹੁੰਚੇ ਹੋ, ਬਾਬਾ ਬੁੱਢਾ ਜੀ ਬਾਰੇ ਦਰਸ਼ਨ ਕੀਤੇ ਨੇ, ਖੁਸ਼ੀਆਂ ਪ੍ਰਾਪਤ ਕੀਤੀਆਂ, ਕਿਵੇਂ ਦਾ ਲੱਗਦਾ? ਬਹੁਤ ਵਧੀਆ ਜੀ। ਸੰਗਤਾਂ ਵੀ ਨਤਮਸਤਕ ਹੁੰਦੀਆਂ ਨੇ ਤੇ ਇੱਕ ਵਡਭਾਗਾ ਮਹਿਸੂਸ ਕਰਦੀਆਂ ਨੇ ਆਪਣੇ ਆਪ ਨੂੰ। ਸੋ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਬਾਬਾ ਬੁੱਢਾ ਸਾਹਿਬ ਸਮਾਧਾ ਸਾਹਿਬ ਖੜੇ ਹੋ, ਬਾਬਾ ਜੀ ਦਰਸ਼ਨ ਕੀਤੇ ਨੇ, ਖੁਸ਼ੀਆਂ ਪ੍ਰਾਪਤ ਕੀਤੀਆਂ, ਕਿਵੇਂ ਦਾ ਲੱਗਦਾ? ਬਹੁਤ ਵਧੀਆ ਜੀ। ਇਹਦੇ ਬਾਬਾ ਬੁੱਢਾ ਸਾਹਿਬ ਜੀ ਦੀ ਕਮਾਈ ਹੈ ਜੀ। ਜਿੱਥੇ ਅੱਜ ਰਮਦਾਸ ਵਿਖੇ ਧੰਨ ਧੰਨ ਸਾਹਿਬ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਵਿਖੇ ਜੋ ਕਿ ਬਹੁਤ ਹੀ ਧੂਮਧਾਮ ਦੇ ਨਾਲ ਜੋ ਕਿ ਹਰ ਸਾਲ ਦੀ ਤਰ੍ਹਾਂ ਚੋਹ ਦੇ ਸਬੰਧ ਵਿੱਚ
ਵੀਰ ਜੀ ਬਹੁਤ ਹੀ ਭਾਰੀ ਮੇਲਾ ਜਿਹੜਾ ਇਹ ਲੱਗਦਾ ਹੈ ਤੇ ਐਤਕੀ ਵੀ ਗੁਰੂ ਸਾਹਿਬ ਜੀ ਨੇ ਬਹੁਤ ਕਿਰਪਾ ਕੀਤੀ ਹੈ ਜੀ ਤੇ ਬਹੁਤ ਹੀ ਭਾਰੀ ਇਕੱਠ 12 13 14 ਤਰੀਕ ਦਾ ਮੇਲਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਉਪਰਾਲਾ ਜਿਹੜਾ ਇਹ ਕੀਤਾ ਹੈ ਜੀ ਬਹੁਤ ਸੋਹਣਾ ਉਪਰਾਲਾ ਕੀਤਾ ਜੀ। ਸੋ ਕਿਸ ਤਰੀਕੇ ਨਾਲ ਸੰਗਤਾਂ ਦੇ ਮਨ ਦੀ ਜੋ ਖੁਸ਼ੀ ਹੈ ਕਿਉਂਕਿ ਹਾਜ਼ਰੀਆਂ ਸੰਗਤਾਂ ਲਗਾਤਾਰ ਭਰਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਗੁਰਦੁਆਰਾ ਸਾਹਿਬ ਨਤਮਸਤਕ ਰੋਜ਼ ਹੁੰਦੇ ਹੋ ਕਿ ਅੱਜ ਇਸ ਮੌਕੇ ਪਹੁੰਚੇ ਹੋ? ਨਹੀਂ ਅੱਜ ਅਸੀਂ ਮੌਕੇ ਤੇ ਅੱਜ ਦੂਰੋਂ ਆਏ ਜੀ। ਘੁਮਾਣ ਤੋਂ ਆਏ ਅਸੀਂ ਤੇ ਸਾਲ ਬਾਅਦ ਆ ਜਾਈਦਾ ਵਾ। ਹਾਂਜੀ, ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ, ਮੇਰਾ ਬੇਟਾ ਵੀ ਇੱਥੋਂ ਆਇਆ ਵਾ। ਬਹੁਤ ਸ਼ਰਧਾ ਦੇ ਨਾਲ ਅਸੀਂ ਆਉਂਦੇ। ਅੱਜ ਖੁਸ਼ੀਆਂ ਪ੍ਰਾਪਤ ਕੀਤੀਆਂ, ਵਡਭਾਗੀ ਸਮਝਦੇ ਆਪਣੇ ਆਪ। ਬਹੁਤ ਬਹੁਤ ਵਾਹਿਗੁਰੂ, ਬਹੁਤ ਬੇਨਤੀ ਹੈ ਸਤਿਗੁਰੂ ਬਾਬਾ ਬੁੱਢਾ ਹਰ ਸਾਹਿਬ। ਸਾਲ ਆਉਂਦੇ ਜੇ? ਨਹੀਂ ਹਰ ਸਾਲ ਨਹੀਂ, ਆਪਾਂ ਤੇ ਪਹਿਲੀ ਵਾਰ, ਇਹ ਹਰ ਸਾਲ ਆਉਂਦੇ ਨੇ। ਆਪਾਂ ਪਹਿਲੀ ਵਾਰ ਹੀ ਇਹਨਾਂ ਦੇ ਨਾਲ ਆਏ ਆ। ਕਿਵੇਂ ਲੱਗਾ ਬਾਬਾ ਜੀ ਦਰਸ਼ਨ ਕਰਕੇ ਗੁਰਦੁਆਰਾ? ਮੈਨੂੰ ਸ਼ਾਂਤੀ ਮਿਲੀ, ਬਹੁਤ ਹੀ ਖੁਸ਼ੀ ਹੋਈ ਬਾਬਾ ਜੀ ਦੇ ਦਰ ਤੇ ਆਣ ਕੇ। ਸੰਗਤਾਂ ਵੱਲ ਵੇਖ ਕੇ ਮਨ ਨਿਹਾਲ ਹੋ ਗਿਆ, ਬਹੁਤ ਖੁਸ਼ੀ ਹੋਈ। ਜਿਵੇਂ ਸੰਗਤਾਂ ਦਾ ਇੱਕ ਮਨ ਜੋ ਹੈ, ਹਿਰਦਾ ਜੋ ਹੈ ਖੁਸ਼ੀਆਂ ਨਾਲ ਭਰਿਆ ਹੋਇਆ ਹੈ ਕਿ ਇੱਕ ਗੱਲ ਕਹੀ ਜਾਂਦੀ ਹੈ ਕਿ ਪੁੱਤਰਾਂ ਦੇ ਦਾਨੀ, ਔਰ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਜੀ ਨੂੰ ਸਿੱਖ ਇਤਿਹਾਸ ਵਿੱਚ ਵੱਡੀ ਮਹਾਨਤਾ ਦੇ ਨਾਲ ਮੰਨਿਆ ਜਾਂਦਾ। ਤਾਂ ਜੋ ਗੱਲ ਕਰੀਏ ਤਾਂ ਅੱਖਾਂ ਨਹੀਂ ਕੁਲੀ ਨੇ ਭਾਗ ਲਾ ਦੇ ਗਰੀਬਾਂ ਜੀ ਨੇ, ਕਿਤੇ ਗਰੀਬੀ ਦੂਰ ਕਰ ਦੇ। ਮੰਦਰ ਸਾਹਿਬ ਜਾਈਦਾ ਮਹੀਨੇ ਦੇ ਮਹੀਨੇ, ਨੇ ਜਾਣਾ ਇਹਦੇ ਆਏ ਨੇ ਜਾਣਾ ਇਹਨਾਂ ਦੀ ਭੀੜ ਤੇ ਜਾਈਦਾ, ਜਿੱਥੇ ਬਾਬਾ ਜੀ ਦੀ ਭੀੜ ਹੈ ਨਾ, ਚਾਹੇ ਜਰਮਨ ਸਥਾਨ ਹੋ, ਉੱਥੇ ਜਾਈਦਾ। ਕੋਈ ਬੱਚਾ ਹੋਵੇ ਜ਼ਰੂਰ ਜਾਈਦਾ, ਇਹਨੂੰ ਮੰਨੀਦਾ ਬਾਬਾ। ਸੋ ਜਿੱਥੇ ਸਮਾਧਾ ਸਾਹਿਬ ਦੀ ਗੱਲ ਕਰੀਏ ਤਾਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸਰੋਵਰ ਵੀ ਸੁਸ਼ੋਭਿਤ ਹੈ। ਆਪਣੇ ਸਹਿਯੋਗੀ ਨੂੰ ਕਹਾਂਗਾ ਸਰੋਵਰ ਵੱਲ ਵੀ ਇੱਕ ਨਿਗਾਹ ਮਾਰੀ ਜਾਵੇ ਕੈਮਰੇ ਦੀ ਅੱਖ ਨਾਲ, ਕਿਉਂਕਿ ਜੋ ਸੰਗਤਾਂ ਇੱਥੇ ਦੂਰੋਂ ਦੂਰ ਆਉਂਦੀਆਂ ਨੇ ਇੱਥੇ ਦਰਸ਼ਨ ਕਰਕੇ, ਤਾਂ ਇਸ਼ਨਾਨ ਪਾਣੀ ਕਰਕੇ, 5 ਇਸ਼ਨਾਨਾਂ ਕਰਕੇ ਵਡਭਾਗਾ ਸਮਝਦੇ ਨੇ ਆਪਣੇ ਆਪ ਨੂੰ। ਕਿਉਂਕਿ ਇਸ਼ਨਾਨ ਦੀ ਮਹੱਤਤਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੀ ਮੰਨੀ ਜਾਂਦੀ ਹੈ। ਜਦੋਂ ਵੀ ਸਿੰਘ ਨਤਮਸਤਕ ਹੁੰਦੇ ਨੇ, ਸਭ ਤੋਂ ਪਹਿਲੇ ਇਸ਼ਨਾਨ ਕਰਕੇ ਫਿਰ ਨਤਮਸਤਕ ਹੁੰਦੇ ਨੇ। ਤੇ ਜੇ ਅਸੀਂ ਤੁਹਾਨੂੰ ਦੱਸੀਏ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਵੇਂ ਸੰਗਤਾਂ ਅਕਸਰ ਕਹਿੰਦੇ ਨੇ ਕਿ ਪੁੱਤਰਾਂ ਦੇ ਦਾਨੀ ਦੇ ਕੋਲ ਆਏ ਆ, ਔਰ ਸਭ ਤੋਂ ਵੱਡੀ ਗੱਲ ਕਿ ਬਾਬਾ ਬੁੱਢਾ ਜੀ ਨੂੰ ਪੁੱਤਰਾਂ ਦੇ ਦਾਨੀ ਨਾਲ ਹੀ ਜੇ ਸਭ ਤੋਂ ਵੱਧ ਸੰਗਤਾਂ ਪਿਆਰ ਦਿੰਦੀਆਂ ਨੇ, ਜਾਣਦੀਆਂ ਨੇ। ਅਕਸਰ ਲੋਕ ਭਾਵਕ ਵੀ ਹੋ ਜਾਂਦੇ ਨੇ, ਸੰਗਤਾਂ ਗੱਲ ਕਰਦਿਆਂ ਆਪਣੇ ਹੰਝੂ ਵਹਾ ਪੈਂਦੇ ਨੇ ਕਿ ਸਾਨੂੰ ਜੇ ਦਾਤ ਮਿਲੀ ਆ ਪੁੱਤਰਾਂ ਦੀ ਤਾਂ ਬਾਬਾ ਬੁੱਢਾ ਜੀ ਕਰਕੇ ਮਿਲੀ ਆ। ਉਹਨਾਂ ਨੇ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ। ਔਰ ਇਸ ਵੇਲੇ ਵੀ ਬਾਬਾ ਬੁੱਢਾ ਜੀ ਦਾ ਜੋ ਸਥਾਨ ਜੋ ਦੇਖ ਰਹੇ ਹੋ, ਜੋ ਸਮਾਧਾਂ ਦੇਖ ਰਹੇ ਹੋ, ਬਿਲਕੁਲ ਇੱਕ ਵੱਖਰੇ ਢੰਗ ਨਾਲ ਸਜੀਆਂ ਹੋਈਆਂ ਨੇ, ਦੀਵਾਨ ਸਜੇ ਹੋਏ ਨੇ। ਸੰਗਤਾਂ ਦਾ ਜੋ ਇਕੱਠ ਦੇਖ ਰਹੇ ਹੋ, ਇਹ ਉਹ ਸਥਾਨ ਹੈ ਜਿੱਥੇ ਕਿ ਬਾਬਾ ਜੀ ਦਾ ਅੰਤਿਮ ਸੰਸਕਾਰ ਹੋਇਆ। ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਸਾਲ ਇਸੇ ਤਰ੍ਹਾਂ ਹੀ ਦੀਵਾਨ ਸਜਦੇ ਨੇ, ਇਸੇ ਤਰ੍ਹਾਂ ਹਰ ਸਾਲ ਸੰਗਤਾਂ ਦੂਰੋਂ ਦੂਰ ਆ ਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ। ਕੋਈ ਮਾਲਵੇ ਤੋਂ ਆਉਂਦਾ ਹੈ, ਕੋਈ ਦੁਆਬੇ ਤੋਂ ਆਉਂਦਾ ਹੈ। ਤੇ ਮਾਝੇ ਦੀ ਗੱਲ ਕਰੀਏ ਤਾਂ ਮਾਝੇ ਦੇ ਲੋਕ ਜਿਹੜੇ ਆਸ-ਪਾਸ ਦੇ ਨੇ ਸਾਰੇ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ। ਤੇ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਬਾਬਾ ਜੀ ਦਾ ਜੋ ਸਰੂਪ ਰੱਖਿਆ ਹੋਇਆ ਹੈ, ਬਾਬਾ ਜੀ ਦੀ ਭੀੜ ਇੱਥੇ ਸੁਸ਼ੋਭਿਤ ਹੈ। ਅਖੰਡ ਪਾਠ ਵੀ ਚੱਲਦੇ ਨੇ, ਲਗਾਤਾਰ ਸੰਗਤਾਂ ਨਤਮਸਤਕ ਹੁੰਦੇ ਨੇ, ਦਰਸ਼ਨ ਕਰਦੇ ਨੇ, ਕਿਉਂਕਿ ਇਸੇ ਸਥਾਨ ਦੇ ਉੱਤੇ ਹੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਿਮ ਸੰਸਕਾਰ ਕੀਤਾ। ਬਾਬਾ ਬੁੱਢਾ ਜੀ ਦੀ ਗੱਲ ਕਰੀਏ ਤਾਂ ਬਹੁਤ ਵੱਡੀ ਸੇਵਾ ਜੋ ਨਿਭਾਈ ਹੈ। ਜਿਵੇਂ ਕਿ ਬਾਬਾ ਬੁੱਢਾ ਜੀ ਨੇ ਗੰਡਾ ਭੰਨਿਆ ਸੀਗਾ ਔਰ ਪੁੱਤਰ ਦੀ ਦਾਤ ਬਖਸ਼ੀ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ। ਉਹਨਾਂ ਨੇ ਕਿਹਾ ਸੀ ਕਿ ਜਿਸ ਤਰੀਕੇ ਨਾਲ ਇੱਥੇ ਗੰਡਾ ਭੰਨਿਆ ਗਿਆ, ਉਸੇ ਤਰੀਕੇ ਦੇ ਨਾਲ ਇਹ ਦੁਸ਼ਮਣਾਂ ਦੇ ਸਿਰ ਭੰਨੇਗਾ। ਔਰ ਸਜਾਵਟ ਵੀ ਇੱਕ ਵੱਖਰੀ ਢੰਗ ਦੇ ਨਾਲ ਕੀਤੀ ਗਈ ਹੈ। ਔਰ ਸੰਗਤਾਂ ਜਦੋਂ ਨਤਮਸਤਕ ਹੁੰਦੀਆਂ ਨੇ ਗੁਰਦੁਆਰਿਆਂ ਦੇ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਲਈ, ਤਾਂ ਸਜਾਵਟ ਜੋ ਹੈ ਫੁੱਲਾਂ ਦੀ, ਵੱਖ-ਵੱਖ ਪਰਦਿਆਂ ਦੀ, ਗੁਬਾਰਿਆਂ ਦੀ ਸੰਸਕਾਰ ਕੀਤਾ। ਬਿਲਕੁਲ ਜਿਵੇਂ ਕਿ ਦੱਸਿਆ ਕਿ ਇਸੇ ਸਥਾਨ ਦੇ ਉੱਤੇ ਜਿੱਥੇ ਕਿ ਮਹਾਰਾਜ ਦਾ ਸਰੂਪ ਪਿਆ ਹੋਇਆ, ਇਸੇ ਸਥਾਨ ਤੇ ਬਾਬਾ ਬੁੱਢਾ ਜੀ ਦਾ ਸੰਸਕਾਰ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਸੀਗਾ। ਔਰ ਸੰਗਤਾਂ ਇਸ ਜਗ੍ਹਾ ਨਤਮਸਤਕ ਹੁੰਦੀਆਂ ਨੇ,
ਜੋ ਜੋਤ ਵੀ ਲੱਗੀ ਹੋਈ ਹੈ। ਇਹਦਾ ਕੀ ਬਾਬਾ ਜੀ ਇਤਿਹਾਸ ਆ? ਇਸ ਸਥਾਨ ਤੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਮਹਾਰਾਜ ਦਾ ਅੰਤਮ ਜਿਹੜੀ ਆ ਸੰਸਕਾਰ ਆਪਣੇ ਕਰ ਕਮਲਾਂ ਨਾਲ ਇਸ ਸਥਾਨ ਤੇ ਕੀਤਾ ਹੈ ਤੇ ਸੰਗਤਾਂ ਇੱਥੇ ਦਰਸ਼ਨ ਕਰਨ ਤੋਂ ਬਾਅਦ ਨਿਤਨੇਮ ਸੁਖਮਨੀ ਸਾਹਿਬ ਦੇ ਜਾਪ ਕਰਕੇ ਜਿਹੜੀਆਂ ਅਰਦਾਸਾਂ ਬੇਨਤੀਆਂ ਕਰਦੇ ਹਨ ਤੇ ਬਾਬਾ ਬੁੱਢਾ ਸਾਹਿਬ ਮਹਾਰਾਜ ਉਹਨਾਂ ਦੀਆਂ ਝੋਲੀਆਂ ਭਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤਾਂ ਨਾਲ ਵੀ ਗੱਲਬਾਤ ਕੀਤੀ ਹੈ, ਭਾਈ ਰਣਜੀਤ ਸਿੰਘ ਹੁਣੀ ਭੋਮਾ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਬਾਕੀ ਜੋ ਤੁਸੀਂ ਦ੍ਰਿਸ਼ ਦੇਖਿਆ, ਜੋ ਦਰਬਾਰ ਦੇਖਿਆ ਬਾਬਾ ਜੀ ਦਾ, ਔਰ ਇਹ ਜੋ ਥੜਾ ਸਾਹਿਬ ਜਿਸ ਥੜੇ ਉੱਪਰ ਸੰਗਤਾਂ ਬੈਠ ਕੇ ਤਪ ਕਰ ਰਹੀਆਂ ਨੇ, ਜਾਪ ਕਰ ਰਹੀਆਂ ਨੇ, ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰ ਰਹੀਆਂ ਨੇ, ਇਸ ਜਗ੍ਹਾ ਤੇ ਹੀ ਬਾਬਾ ਬੁੱਢਾ ਜੀ ਦੇ ਅੰਤਿਮ ਸੰਸਕਾਰ ਹੋਇਆ। 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ, ਆਪਣੇ ਹੱਥਾਂ ਨਾਲ ਇਸ ਸਥਾਨ ਤੇ ਸੰਸਕਾਰ ਕੀਤਾ ਸੀਗਾ ਤੇ ਅੱਜ ਤੱਕ ਰਹਿੰਦੀ ਦੁਨੀਆ ਤੱਕ ਇਹ ਜੋ ਦਰਬਾਰ ਨੇ, ਦੀਵਾਨ ਨੇ, ਇਸੇ ਤਰ੍ਹਾਂ ਭਰਦੇ ਰਹਿਣਗੇ। ਵੀਡੀਓ ਜਰਨਲਿਸਟ ਅਕਸ਼ੇ ਦੇ ਨਾਲ ਹਰਮੀਤ ਸਿੰਘ, ਜਗਬਾਣੀ ਟੀਵੀ, ਰਮਦਾਸ।